तेरे कवन कवन गुण कह कह गावा, तू साहिब गुणी निधाना। तुमरी महिमा वरन ना साको, तू ठाकुर ऊच भगवाना। तुमरी शरण तुम्हारी आसा, तुम ही सजन सुहेले। राखो राखनहार दयाला, नानक करके गोले। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ। ਅੱਜ 8ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਬਹੁਤ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਸਚਿਆਰ ਬਣਨ ਦਾ ਉਪਦੇਸ਼ ਕੀਤਾ। ਇਸ ਵਿਸ਼ਵ ਦੇ ਵਿੱਚ ਕੋਈ ਵੀ ਮਨੁੱਖ ਰੱਬੀ ਗੁਣਾਂ ਨੂੰ ਧਾਰਨ ਕਰਕੇ ਸਚਿਆਰ ਬਣ ਸਕਦਾ ਹੈ, ਅਤੇ ਜਿਹੜਾ ਸਚਿਆਰ ਬਣ ਜਾਂਦਾ ਹੈ ਉਹਦੀ ਜ਼ਿੰਦਗੀ ਵਿੱਚ ਸੁੱਖ, ਆਨੰਦ ਅਤੇ ਪਰਮ ਸ਼ਾਂਤੀ ਖੇੜਾ ਪੈਦਾ ਹੋ ਜਾਂਦਾ ਹੈ। ਸਚਿਆਰ ਉਦੋਂ ਬਣੇਗਾ ਜਦੋਂ ਉਹ ਗੁਰੂ ਦੇ ਹੁਕਮ ਨੂੰ, ਗੁਰੂ ਦੀ ਸਿੱਖਿਆ ਨੂੰ ਸੁਣੇਗਾ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕੋ ਸਿੱਖਿਆ ਜ਼ਿੰਦਗੀ ਬਦਲ ਦਿੰਦੀ ਹੈ। ਸੁਣਨ ਦੇ ਨਾਲ ਕੀ ਹੁੰਦਾ ਹੈ? ਸਤਿਗੁਰੂ ਜੀ ਅੱਜ ਸਾਡੇ ਜੀਵਾਂ 'ਤੇ ਮਿਹਰਾਮਤ ਕਰ ਰਹੇ ਹਨ। ਸੁਣਿਆ ਸਿੱਧ ਪੀਰ ਸੁਰਨਾਥ। ਇੱਥੇ ਜਿਹੜਾ ਸ਼ਬਦ ਹੈ ਸੁਣਿਆ, ਇੱਥੇ ਨਾਣੇ ਨੂੰ ਸਿਹਾਰੀ ਦੇ ਨਾਲ ਹੈ। ਇਹਦਾ ਉਚਾਰਨ ਸੁਣਿਆ ਨਹੀਂ ਹੈ, ਸੁਣਿਆ। ਸਾਡੀ ਪੰਜਾਬੀ ਦੇ ਵਿੱਚ ਇਹ ਸ਼ਬਦ ਕਈ ਵਾਰ ਵਰਤਿਆ ਜਾਂਦਾ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਫਲਾਣੇ ਬੰਦੇ ਨੂੰ ਦੇਖਿਆ ਪਤਾ ਲੱਗਣਾ ਉਹ ਕਿਹੋ ਜਿਹਾ ਹੈ। ਦੇਖਿਆ ਮੈਨੇ ਦੇਖਣ ਨਾਲ। ਇਸੇ ਤਰ੍ਹਾਂ ਉੱਥੇ ਜਾਇਆ ਗੱਲ ਬਣਨੀ ਹੈ। ਜਾਇਆ ਮੈਨੇ ਜਾਣ ਨਾਲ। ਮੰਨਿਆ ਪਤਾ ਲੱਗਣਾ ਮੰਨਣ ਨਾਲ। ਸੁਣਿਆ ਸੁਣਨ ਨਾਲ। ਇਹਦਾ ਅਰਥ ਬਣ ਗਿਆ ਸੁਣਨ ਨਾਲ। ਮਨੁੱਖ ਜੋ ਵੀ ਜਨਮ ਤੋਂ ਲੈ ਕੇ ਬਚਪਨ ਤੋਂ ਜਵਾਨੀ ਤੱਕ ਪਹੁੰਚਦਿਆਂ ਸੁਣਦਾ ਹੈ, ਉਹੋ ਜਿਹਾ ਹੀ ਹੋ ਜਾਂਦਾ ਹੈ। ਦੋ ਚੀਜ਼ਾਂ ਖਾਸ ਕਰ ਬੱਚੇ ਦੀ ਜ਼ਿੰਦਗੀ ਵਿੱਚ, ਇੱਕ ਲਹਿਜ਼ਾ ਬੋਲਣ ਦਾ ਅਤੇ ਦੂਸਰਾ ਉਹਦੀ ਸ਼ਬਦਾਵਲੀ ਪਹਿਲੇ 7 ਸਾਲਾਂ ਦੇ ਵਿੱਚ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਜਿਸ ਘਰ ਵਿੱਚ ਮਾਤਾ ਪਿਤਾ ਉੱਚੀ ਉੱਚੀ ਚੀਖ ਚੀਖ ਕੇ ਬੋਲਦੇ ਹੋਣਗੇ, ਉਸ ਘਰ ਵਿੱਚ ਬੱਚੇ ਵੀ ਚੀਖ ਕੇ ਬੋਲਣਾ ਸ਼ੁਰੂ ਕਰ ਦੇਣਗੇ। ਜਿਸ ਘਰ ਵਿੱਚ ਦਰਮਿਆਨੀ ਆਵਾਜ਼ ਵਿੱਚ ਮਾਤਾ ਪਿਤਾ ਬੋਲਣਗੇ, ਬੱਚੇ ਦਰਮਿਆਨੀ ਟੋਨ ਦੇ ਵਿੱਚ ਬੋਲਣਾ ਸ਼ੁਰੂ ਕਰ ਦੇਣਗੇ। ਔਰ ਜਿੰਨੀ ਕੁ ਦੂਰ ਤੱਕ ਆਵਾਜ਼ ਪਹੁੰਚਾਉਣੀ ਹੈ, ਓਨੀ ਕੁ ਹੀ ਆਵਾਜ਼ ਨਿਕਲੇ। ਦੂਸਰੇ ਨਾਲ ਗੱਲ ਕਰਦੇ ਹਾਂ, ਜੇ ਤੀਜੇ ਤੱਕ ਆਵਾਜ਼ ਜਾ ਰਹੀ ਹੈ, ਇਹਦਾ ਮਤਲਬ ਅਸੀਂ ਆਪਣੀ ਐਨਰਜੀ ਜ਼ਾਇਆ ਕਰ ਰਹੇ ਹਾਂ। ਇਹਦੇ ਤੋਂ ਇਲਾਵਾ ਸ਼ਬਦਾਵਲੀ, ਜਿਹੋ ਜਿਹੀ ਸ਼ਬਦਾਵਲੀ ਬੱਚਾ ਪਹਿਲੇ 7 ਸਾਲਾਂ ਵਿੱਚ ਸਿੱਖ ਜਾਂਦਾ ਹੈ, ਉਹ ਸ਼ਬਦਾਵਲੀ ਸਾਰੀ ਜ਼ਿੰਦਗੀ ਉਹਦੇ ਨਾਲ ਨਿਭਦੀ ਹੈ। ਉਹਦੀ ਵੋਕੈਬਲਰੀ, ਜਿਸ ਘਰ ਵਿੱਚ ਗਾਲਾਂ ਸਿਖਾਈਆਂ ਜਾਂਦੀਆਂ ਹੋਣ, ਚੱਲ ਬੇਟਾ ਚਾਚੇ ਨੂੰ ਗਾਲ ਕੱਢ ਕੇ ਦਿਖਾ, ਉਸ ਘਰ 'ਚ ਬੱਚਾ ਗਾਲਾਂ ਕੱਢਣੀਆਂ ਸਿੱਖ ਜਾਏਗਾ। ਜਿਸ ਘਰ ਵਿੱਚ ਨਿਮਰਤਾ ਦੇ ਬੋਲ ਸਿਖਾਏ ਜਾਣਗੇ, ਧੰਨਵਾਦ, ਫਤਿਹ, ਸ਼ੁਕਰੀਆ, ਇਸ ਤਰ੍ਹਾਂ ਦੇ, ਉਸ ਘਰ ਵਿੱਚ ਬੱਚੇ ਉਹੋ ਜਿਹੀ ਸ਼ਬਦਾਵਲੀ ਸਿੱਖ ਜਾਣਗੇ। ਜੋ ਸੁਣਨਾ ਹੈ ਉਹੀ ਉਹਨਾਂ ਦਾ ਜੀਵਨ ਬਣਨਾ ਹੈ। ਔਰ ਜਿਹੜਾ ਨਹੀਂ ਸੁਣਦਾ, ਯਾਦ ਰੱਖਿਓ, ਜਿਹੜੇ ਜਮਾਂਦਰੂ ਬੋਲੇ ਹੁੰਦੇ ਨੇ, ਜਿਹੜੇ ਕੁਝ ਸੁਣਦੇ ਨਹੀਂ ਹਨ, ਉਹ ਗੂੰਗੇ ਵੀ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਸੁਣਿਆ ਹੀ ਕੁਛ ਨਹੀਂ ਬੋਲਣਾ ਕੀ ਹੈ। ਇਸ ਕਰਕੇ ਬੋਲਣ ਦੀ ਸਮਰੱਥਾ ਹੋਣ ਦੇ ਬਾਵਜੂਦ ਵੀ ਉਹ ਬੋਲ ਨਹੀਂ ਪਾਉਂਦੇ। ਇਸ ਕਰਕੇ ਸੁਣਨਾ ਬਹੁਤ ਵੱਡੀ ਇੱਕ ਮਹਾਨਤਾ ਹੈ, ਬਹੁਤ ਵੱਡਾ ਇੱਕ ਗੁਣ ਹੈ। ਬੱਚਾ ਜਿਸ ਸਬਜੈਕਟ ਨੂੰ ਕਲਾਸ ਦੇ ਵਿੱਚ ਧਿਆਨ ਨਾਲ ਸੁਣਦਾ ਹੈ, ਉਸ ਸਬਜੈਕਟ ਦਾ ਮਾਹਿਰ ਹੋ ਜਾਂਦਾ ਹੈ। ਉਸੇ ਪਾਸੇ ਉਹਦਾ ਜੀਵਨ ਚੱਲ ਪੈਂਦਾ ਹੈ। ਬੱਚੇ ਨੂੰ ਲਗਭਗ ਬਚਪਨ ਤੋਂ ਲੈ ਕੇ 15 ਸਾਲ ਦੀ ਉਮਰ ਤੱਕ 1.5 ਲੱਖ ਵਾਰੀ ਨਾ ਸੁਣਨਾ ਪੈਂਦਾ ਹੈ। ਇਹ ਨਾ ਕਰੋ, ਉਹ ਨਾ ਕਰੋ, ਉਹ ਨਾ ਕਰ, ਇਹ ਨਾ ਕਰ। ਅਤੇ 15 ਸਾਲ ਦੀ ਉਮਰ ਤੱਕ 1.5 ਲੱਖ ਵਾਰੀ ਨਾ ਇੰਨੀ ਨਕਾਰਾਤਮਕ ਸੋਚ ਪੈਦਾ ਕਰ ਦਿੰਦੀ ਹੈ। ਜਦੋਂ ਬੱਚਾ ਵੱਡਾ ਹੁੰਦਾ, ਉਹਨੂੰ ਕਿਹਾ ਜਾਂਦਾ ਚੱਲ ਹੁਣ ਕਰ, ਇਹ ਕੰਮ ਕਰ। ਹੁਣ ਕਿਵੇਂ ਕਰੇ? ਉਹਨੇ ਨਾ ਕਰਨਾ ਸਿੱਖਿਆ, ਫਿਰ ਉਹਨੂੰ ਹਰ ਚੀਜ਼ ਔਖੀ ਲੱਗਦੀ, ਹੁਣ ਕਿਵੇਂ ਕਰਾਂ? ਇਹੀ ਕਾਰਨ ਧਰਮ ਦੀ ਦੁਨੀਆ ਦੇ ਵਿੱਚ ਵੀ ਮਨੁੱਖ ਨੂੰ ਕਹੋ ਧਰਮ ਕਮਾਉਣਾ ਹੈ, ਸੱਚ ਬੋਲਣਾ ਹੈ, ਬੜਾ ਔਖਾ ਜੀ, ਨਹੀਂ ਹੋ ਸਕਦਾ। ਰਹਿਤ ਰੱਖਣੀ ਹੈ, ਬੜਾ ਔਖਾ ਜੀ, ਨਹੀਂ ਹੋ ਸਕਦਾ। ਹੁਣ ਨਾ ਅੰਦਰ ਘਰ ਕਰ ਗਈ। ਇਸ ਕਰਕੇ ਸੁਣਨ ਦੀ ਮਹਾਨਤਾ ਬੜੀ ਹੈ।
ਨਾ ਸੁਣਨ ਵਾਲਾ ਬੱਚਾ ਜ਼ਿੰਦਗੀ 'ਚ ਨਕਾਰਾਤਮਕ ਸੋਚ ਲੈ ਕੇ ਜ਼ਿੰਦਗੀ ਜੀਵੇਗਾ, ਪਰ ਹਾਂ ਜਦੋਂ ਸ਼ੁਭ ਸਿੱਖਿਆ ਹੋਵੇ, ਸ਼ੁਭ ਚੀਜ਼ ਨੂੰ ਸੁਣਿਆ ਹੋਵੇ, ਉਦੋਂ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਨੇ। ਇਸੇ ਕਰਕੇ ਗੁਰੂ ਜੀ ਆਖਦੇ ਨੇ, ਜੇ ਸੁਣਨਾ ਹੋਵੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਓ। ਤੁਹਾਡੀ ਮੱਤ ਵਿੱਚ ਜਿਹੜੇ ਰਤਨ ਜਵਾਹਰ ਮਾਣਕ ਭਰੇ ਪਏ ਨੇ, ਉਹ ਇੱਕ ਦਿਨ ਤੁਹਾਡੀ ਜ਼ਿੰਦਗੀ 'ਚ ਪ੍ਰਗਟ ਹੋ ਜਾਣਗੇ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕੋ ਸਿੱਖਿਆ ਜ਼ਿੰਦਗੀ ਬਦਲ ਦਿੰਦੀ ਹੈ। ਧਿਆਨ ਨਾਲ ਸੁਣੋ, ਔਰ ਸੁਣਨਾ ਕੇਵਲ ਕੰਨਾਂ ਨਾਲ ਨਹੀਂ, ਆਪਣੇ ਮਨ ਦੇ ਨਾਲ, ਆਪਣੇ ਹਿਰਦੇ ਦੇ ਨਾਲ, ਆਪਣੇ ਅੰਦਰ ਦੀ ਸੁਰਤ ਦੇ ਨਾਲ ਸੁਣਨਾ। ਇਹੀ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਦੀ ਧਰਤੀ ਤੇ ਕਹੇ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਨਾਅਰਾ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਜਿਹਨੂੰ ਭਗਤ ਕਬੀਰ ਜੀ ਵੀ ਬਾਣੀ 'ਚ ਆਖਦੇ ਨੇ, ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਤੇ ਮੁਸਲਮਾਨਾਂ ਦਾ ਰਾਜ ਸੀ, ਕਾਜੀ ਮੁੱਲਾ ਨਵਾਬ ਇਕੱਠੇ ਹੋ ਗਏ, ਕਹਿਣ ਲੱਗੇ ਜੇ ਨਾ ਤੁਸੀਂ ਹਿੰਦੂ ਨਾ ਮੁਸਲਮਾਨ, ਫਿਰ ਕੌਣ ਹੋ? ਜੇ ਅਸੀਂ ਹਿੰਦੂ ਮੁਸਲਮਾਨ ਨਹੀਂ ਹਾਂ, ਫਿਰ ਅਸੀਂ ਕੌਣ ਹਾਂ? ਗੁਰੂ ਜੀ ਆਖਦੇ ਨੇ, ਅਸੀਂ ਇੱਕ ਰੱਬ ਦੀ ਔਲਾਦ ਹਾਂ, ਇੱਕ ਪਿਤਾ ਇੱਕ ਸਕੇ ਹਮ ਬਾਰਿਕ। ਤੇ ਉਹ ਕਹਿਣ ਲੱਗੇ, ਜੇ ਇੱਕ ਪ੍ਰਭੂ ਦੀ ਔਲਾਦ ਹਾਂ ਤੇ ਸਾਡੇ ਨਾਲ ਮਸੀਤ 'ਚ ਆ ਕੇ ਨਮਾਜ਼ ਅਦਾ ਕਰੋ। ਗੁਰੂ ਜੀ ਆਖਦੇ ਨੇ, ਖੁਦਾ ਦੀ ਇਬਾਦਤ ਹੈ, ਹੇ ਕਾਜ਼ੀ, ਹੇ ਨਵਾਬ, ਤੁਸੀਂ ਨਮਾਜ਼ ਪੜ੍ਹੋਗੇ, ਅਸੀਂ ਵੀ ਪੜ੍ਹ ਲਾਂਗੇ। ਗੁਰੂ ਨਾਨਕ ਪਾਤਸ਼ਾਹ ਮਸਜਿਦ ਦੇ ਅੰਦਰ ਗਏ, ਸਭ ਨੇ ਨਮਾਜ਼ ਅਦਾ ਕੀਤੀ। ਗੁਰੂ ਨਾਨਕ ਪਾਤਸ਼ਾਹ ਬੈਠੇ ਖੜੇ ਮੁਸਕਰਾਉਂਦੇ ਰਹੇ। ਨਮਾਜ਼ ਅਦਾ ਹੋਣ ਤੋਂ ਬਾਅਦ ਸਾਰੇ ਬਾਹਰ ਆਏ, ਔਰ ਕਾਜ਼ੀ, ਮੁੱਲਾ, ਨਵਾਬ ਉਹ ਸਤਿਗੁਰੂ ਪਾਤਸ਼ਾਹ ਦੇ ਆਲੇ ਦੁਆਲੇ ਖੜੇ ਹੋ ਗਏ। ਕਾਜ਼ੀ ਆਖਦੇ, ਸਤਿਗੁਰੂ ਤੁਸੀਂ ਵਾਅਦਾ ਕੀਤਾ ਸੀ ਮੇਰੇ ਨਾਲ ਨਮਾਜ਼ ਪੜ੍ਹੋਗੇ, ਤੁਸੀਂ ਪੜ੍ਹੀ ਨਹੀਂ। ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਹਾਂ ਕਾਜ਼ੀ, ਅਸੀਂ ਵਾਅਦਾ ਕੀਤਾ ਸੀ ਜੇ ਤੂੰ ਨਮਾਜ਼ ਪੜ੍ਹਦਾ ਅਸੀਂ ਵੀ ਪੜ੍ਹਦੇ, ਤੂੰ ਪੜ੍ਹੀ ਨਹੀਂ, ਇਸ ਕਰਕੇ ਅਸੀਂ ਵੀ ਨਹੀਂ ਪੜ੍ਹੀ। ਕਹਿਣ ਲੱਗਾ, ਕਿਉਂ ਨਹੀਂ ਪੜ੍ਹੀ? ਸਾਰੀ ਦੁਨੀਆ ਗਵਾਹ ਹੈ, ਸਾਰੇ ਮੁਸਲਮਾਨ ਗਵਾਹ ਨੇ, ਮੈਂ ਨਮਾਜ਼ ਪੜ੍ਹੀ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਹੀਂ ਕਾਜ਼ੀ, ਨਮਾਜ਼ ਤੇਰੀ ਜ਼ੁਬਾਨ ਨੇ ਪੜ੍ਹੀ ਹੋਏਗੀ, ਤੂੰ ਨਹੀਂ ਪੜ੍ਹੀ। ਤੂੰ ਤੇ ਘਰ ਗਿਆ ਸੀ ਕਿ ਨਵਾਂ ਜੰਮਿਆ ਘੋੜੀ ਦਾ ਵਛੇਰਾ ਕਿਤੇ ਖੂਹ 'ਚ ਨਾ ਡਿੱਗ ਜਾਏ, ਮੈਂ ਖੂਹ ਟੱਕ ਕੇ ਨਹੀਂ ਆਇਆ। ਕਾਜ਼ੀ ਹੈਰਾਨ ਹੋਇਆ। ਨਵਾਬ ਆਖਦੇ, ਮੇਰੇ ਨਾਲ ਪੜ੍ਹ ਲੈਂਦੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਨਵਾਬ ਤੂੰ ਕਿਉਂ ਆਪਣੀ ਪੋਲ ਖੁਨਾਨਾ ਹੈ? ਕਾਜ਼ੀ ਤੇ ਘਰ ਤੱਕ ਗਿਆ ਸੀ, ਤੂੰ ਕੰਧਾਰ ਘੋੜੇ ਖਰੀਦ ਰਿਹਾ ਸੀ, ਪੜ੍ਹੀ ਤੇ ਤੂੰ ਵੀ ਨਹੀਂ। ਜ਼ਬਾਨ ਬੋਲਦੀ ਹੈ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਿਛੂ ਨਾ ਜਾਣੀ। ਰਸਨਾ ਕਹਿੰਦੀ ਹੈ, ਪਰ ਕੀ ਕਹਿ ਰਿਹਾ ਸਾਨੂੰ ਪਤਾ ਨਹੀਂ, ਕਿਉਂਕਿ ਜੋ ਪੜ੍ਹ ਰਿਹਾ ਉਹ ਵੀ ਨਹੀਂ ਸੁਣਿਆ, ਆਪਣਾ ਬੋਲਿਆ ਨਹੀਂ ਸੁਣਿਆ। ਤੇ ਜੇ ਆਪਣਾ ਬੋਲਿਆ ਨਹੀਂ ਸੁਣਿਆ ਤੇ ਸਮਝ ਕਿਵੇਂ ਆਏਗੀ? ਇਸ ਕਰਕੇ ਗੁਰੂ ਜੀ ਆਖਦੇ ਨੇ ਕਿ ਸੁਣਨਾ ਹੈ ਇਸ ਮਨ ਨੇ, ਜਦੋਂ ਮਨ ਸੁਣੇਗਾ ਉਦੋਂ ਆਵਾਜ਼ ਅੰਦਰ ਪਹੁੰਚੇਗੀ। ਕਈ ਵਾਰੀ ਗੱਲਬਾਤ ਕਰਦਿਆਂ ਮਨੁੱਖ ਕਹਿ ਦਿੰਦਾ, ਦੁਬਾਰਾ ਦੱਸੀ, ਮੈਂ ਸੁਣਿਆ ਨਹੀਂ। ਉਹਨੂੰ ਪੁੱਛੋ ਕੰਨ ਠੀਕ ਨੇ? ਆਖਦਾ ਕੰਨ ਤੇ ਠੀਕ ਨੇ, ਮਨ ਕਿਤੇ ਹੋਰ ਚਲਾ ਗਿਆ ਸੀ। ਕੰਨ ਤੇ ਸਿਰਫ ਟਰਾਂਸਪੋਰਟ ਦਾ ਕੰਮ ਕਰਦੇ ਨੇ, ਆਵਾਜ਼ ਅੰਦਰ ਪਹੁੰਚਾਉਂਦੇ ਨੇ, ਸੁਣਨਾ ਮਨ ਨੇ ਹੈ। ਤੇ ਗੁਰੂ ਜੀ ਆਖਦੇ ਨੇ, ਸੁਣੋ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਪਜੀ ਸਾਹਿਬ ਤੇ ਰੋਜ਼ ਪੜ੍ਹਦੇ ਹਾਂ, ਜੇ ਕਿਤੇ ਇੱਕ ਸਿੱਖਿਆ ਵੀ ਸੁਣ ਲਈ ਹੁੰਦੀ, ਅੱਜ ਸਾਡੀ ਜ਼ਿੰਦਗੀ ਬਦਲ ਗਈ ਹੁੰਦੀ। ਇੱਕ ਸਿੱਖਿਆ ਵੀ ਸੁਣ ਲਈ ਹੁੰਦੀ। ਸੁਣਨਾ ਕਿਵੇਂ ਹੈ? 5 ਤਰੀਕੇ ਹੁੰਦੇ ਨੇ ਸੁਣਨ ਦੇ। ਪਹਿਲਾ ਤਰੀਕਾ ਹੈ, ਅਸੀਂ ਬੇਹੋਸ਼ੀ ਵਿੱਚ ਸੁਣਦੇ ਹਾਂ, ਨੀਂਦ ਵਿੱਚ। ਕੀਰਤਨ ਸੁਣਿਆ, ਬਾਹਰ ਆਏ, ਪੁੱਛ ਕੇ ਦੇਖੋ ਅੱਜ ਭਾਈ ਸਾਹਿਬ ਨੇ ਕਿਹੜੇ ਕਿਹੜੇ ਸ਼ਬਦ ਪੜ੍ਹੇ, ਯਾਦ ਨਹੀਂ। ਕਥਾ 'ਚ ਕੀ ਕਿਹਾ ਭਾਈ ਸਾਹਿਬ ਨੇ, ਯਾਦ ਨਹੀਂ। ਬੇਹੋਸ਼ੀ ਵਿੱਚ, ਨੀਂਦ ਵਿੱਚ ਸੁਣਿਆ ਹੀ ਨਹੀਂ ਹੈ। ਤੇ ਦੂਜਾ ਤਰੀਕਾ ਅਸੀਂ ਸੁਣਦੇ ਹਾਂ ਜੱਜ ਬਣ ਕੇ। ਸੁਣ ਨਹੀਂ ਰਹੇ ਹਾਂ, ਸਿਰਫ ਫੈਸਲਾ ਕਰ ਰਹੇ ਹਾਂ ਅੰਦਰੋਂ ਅੰਦਰੀ, ਆਹ ਗੱਲ ਠੀਕ ਕਹਿ ਰਹੇ ਹੈ, ਆਹ ਗੱਲ ਗਲਤ ਕਹਿ ਰਹੇ ਹੈ, ਭਾਈ ਸਾਹਿਬ ਦੀ ਆਹ ਗੱਲ ਠੀਕ ਹੈ, ਇਹ ਗਲਤ ਹੈ। ਨਾਲੋਂ ਨਾਲ ਇਨਸਾਫ, ਨਾਲੋਂ ਫੈਸਲਾ ਚੱਲ ਰਿਹਾ ਜੱਜ ਦੀ ਤਰ੍ਹਾਂ। ਧਿਆਨ ਸੁਣਨ ਵਿੱਚ ਨਹੀਂ, ਧਿਆਨ ਜਿਹੜਾ ਫੈਸਲਾ ਕਰਨ ਦੇ ਵਿੱਚ ਹੈ, ਆਹ ਗੱਲ ਠੀਕ ਚੱਲ ਰਹੀ ਹੈ, ਆਹ ਗੱਲ ਗਲਤ ਚੱਲ ਰਹੀ ਹੈ। ਤੀਜਾ ਤਰੀਕਾ ਹੈ ਸਾਡਾ ਸੁਣਨ ਦਾ, ਅਸੀਂ ਟੀਚਰ ਦੀ ਤਰ੍ਹਾਂ ਸੁਣਦੇ ਹਾਂ, ਜਿਵੇਂ ਅਧਿਆਪਕ ਸੁਣਦਾ ਹੈ। ਜਦੋਂ ਉਹ ਕਿਸੇ ਬੱਚੇ ਨੂੰ ਸੁਣਦਾ ਹੈ, ਉਹ ਨਾਲ ਉਹਦੀਆਂ ਗਲਤੀਆਂ ਕੱਢੀ ਜਾਂਦਾ ਹੈ। ਕੁਝ ਐਸੇ ਸੁਣਨ ਵਾਲੇ ਨੇ ਜਿਹੜੇ ਗਲਤੀਆਂ ਕੱਢਦੇ ਨੇ, ਆਖਦੇ ਨੇ ਭਾਈ ਸਾਹਿਬ ਉੱਠਣਗੇ, ਕਵਾਂਗੇ ਆਹ ਤੁਸੀਂ ਗਲਤ ਬੋਲੇ ਹੈ, ਅਸੀਂ ਸਿਖਾਵਾਂਗੇ ਉਹਨਾਂ ਨੂੰ, ਇੱਦਾਂ ਨਹੀਂ, ਇੱਦਾਂ ਹੁੰਦਾ ਹੈ। ਤੇ ਚੌਥਾ ਤਰੀਕਾ ਹੁੰਦਾ ਹੈ ਗ੍ਰਾਹਕ ਬਣ ਕੇ ਸੁਣਨਾ। ਗ੍ਰਾਹਕ ਕੀ ਕਰਦਾ ਹੈ? ਗਲੀ ਦੇ ਵਿੱਚ ਸਬਜ਼ੀ ਵਾਲਾ ਆਇਆ, ਗ੍ਰਾਹਕ ਕੀ ਕਰਦਾ ਹੈ? ਸਬਜ਼ੀ ਚੁਣ ਕੇ ਕੱਢਦਾ ਹੈ। ਸੜੇ ਗਲੇ ਟਮਾਟਰ ਇੱਕ ਪਾਸੇ ਪਏ ਨੇ, ਸਾਫ਼ ਕੱਢ ਕੇ ਰੱਖ ਲਏ, ਸਾਫ਼ ਕਰੇਲੇ ਰੱਖ ਲਏ, ਸਾਫ਼ ਬੈਂਗਣ ਰੱਖ ਲਏ, ਬਾਕੀ ਛੱਡ ਦਿੱਤੇ। ਗ੍ਰਾਹਕ ਬਣ ਕੇ ਸੁਣਨ ਦਾ ਭਾਵ, ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਹੈ ਉਹ ਤਾਂ ਮੈਂ ਮੰਨ ਲਵਾਂ, ਜਿਹੜੀ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ ਉਹ ਛੱਡੀ ਜਾਵਾਂ। ਜਿਹੜੀ ਮੇਰੀ ਮਾਨਤਾ ਨੂੰ ਸਪੋਰਟ ਕਰਦੀ ਹੈ, ਜਿਹੜੀ ਮੇਰੀ ਸੋਚ ਨੂੰ
ਆਪਣੇ ਵਰਗਾ ਬਣਾਉਂਦੀ ਹੈ, ਮੇਰੀ ਸੋਚ ਦਾ ਵਾਧਾ ਕਰਦੀ, ਉਹ ਤੇ ਮੈਂ ਰੱਖ ਲਾਂ। ਪਰ ਜਿਹੜੀ ਮੇਰੀ ਸੋਚ ਦੇ ਖਿਲਾਫ ਇਹਨੂੰ ਛੱਡਦੇ ਆ, ਕ੍ਰਾਂਤੀ ਕਿਵੇਂ ਆਏਗੀ? ਜੋ ਮੈਂ ਸੋਚਦਾ ਉਹ ਠੀਕ ਹੈ, ਜੇ ਉਹਦੇ ਨਾਲ ਮੈਚ ਕਰਦੀ ਗੱਲ ਫਿਰ ਤੇ ਮੈਂ ਸੁਣ ਲਵਾਂ। ਜੇ ਮੇਰੀ ਸੋਚ ਨੂੰ ਕੰਡੈਮ ਕਰਦੀ ਹੈ, ਮੇਰੀ ਸੋਚ ਨੂੰ ਕੱਟਦੀ ਹੈ, ਮੈਂ ਉਹ ਗੱਲ ਛੱਡ ਦਿਆਂ, ਗ੍ਰਾਹਕ ਦੀ ਤਰ੍ਹਾਂ ਸੁਣਨਾ। ਤੇ ਪੰਜਵਾਂ ਤਰੀਕਾ ਹੁੰਦਾ ਸੁਣਨ ਦਾ, ਵਿਦਿਆਰਥੀ ਦੀ ਤਰ੍ਹਾਂ ਸੁਣਨਾ। ਵਿਦਿਆਰਥੀ ਕਹਿ ਦਿੰਦਾ ਮੈਨੂੰ ਕੁਛ ਨਹੀਂ ਆਉਂਦਾ, ਜੋ ਟੀਚਰ ਸਿਖਾਏਗਾ ਮੈਂ ਉਹ ਸਿੱਖਾਂਗਾ। ਇਸ ਕਰਕੇ ਵਿਦਿਆਰਥੀ 100% ਸੁਣਦਾ ਹੈ, ਕੰਪਲੀਟ ਸੁਣਦਾ ਹੈ। ਉਹਦਾ ਕੋਈ ਸਵਾਲ ਹੋਵੇ ਬਾਅਦ ਵਿੱਚ ਪੁੱਛ ਵੀ ਲੈਂਦਾ ਕਿ ਇੱਥੇ ਮੈਨੂੰ ਸਮਝ ਨਹੀਂ ਆਈ, ਇੱਥੋਂ ਦੁਬਾਰਾ ਦੱਸ ਦਿਓ। ਹੁਣ ਅਸੀਂ ਕਿਵੇਂ ਸੁਣਦੇ ਹਾਂ? ਸਾਡਾ ਸੁਣਨ ਦਾ ਤਰੀਕਾ ਕੀ ਹੈ? ਜਾਂ ਤੇ ਬੇਹੋਸ਼ੀ ਵਿੱਚ ਸੁਣਿਆ, ਜਾਂ ਜੱਜ ਬਣ ਕੇ ਸੁਣਿਆ, ਜਾਂ ਟੀਚਰ ਬਣ ਕੇ ਗਲਤੀਆਂ ਦੱਸੀ ਚਲੇ ਗਏ, ਤੇ ਜਾਂ ਗ੍ਰਾਹਕ ਬਣ ਕੇ ਜਿਹੜੀ ਗੱਲ ਮੇਰੀ ਮਾਨਤਾ ਨੂੰ ਬੜਾਵਾ ਦਿੰਦੀ ਹੈ ਉਹ ਤੇ ਸੁਣ ਲਵਾਂ, ਜਿਹੜੀ ਗੱਲ ਮੇਰੀ ਸੋਚ ਨੂੰ, ਮੇਰੀ ਮਾਨਤਾ ਨੂੰ ਕੱਟਦੀ ਹੈ ਉਹ ਮੈਂ ਛੱਡ ਦਿਆਂ। ਮੈਂ ਆਪਣੀ ਮਾਨਤਾ ਨਹੀਂ ਬਦਲਣੀ, ਆਪਣੀ ਸੋਚ ਨਹੀਂ ਬਦਲਣੀ। ਪਰ ਵਿਰਲਾ ਹੈ ਜਿਹੜਾ ਵਿਦਿਆਰਥੀ ਬਣ ਕੇ ਸੁਣਦਾ ਹੈ। ਗੁਰੂ ਜੀ ਦੇ ਅੱਜ ਦੇ ਵਚਨ ਸੁਣਿਆ ਸਿੱਧ ਪੀਰ ਸੁਰਨਾਥ। ਆਮ ਤੌਰ ਤੇ ਇਸ ਤੁਕ ਦੇ ਅਰਥ ਕੀਤੇ ਜਾਂਦੇ ਨੇ, ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਲੈਂਦਾ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ, ਉਹਦੀ ਅਵਸਥਾ ਸਿੱਧਾਂ ਵਾਲੀ ਹੋ ਜਾਂਦੀ ਹੈ, ਪੀਰਾਂ ਵਾਲੀ ਹੋ ਜਾਂਦੀ ਹੈ, ਦੇਵੀ ਦੇਵਤਿਆਂ ਵਾਲੀ, ਨਾਥਾਂ ਵਾਲੀ ਅਵਸਥਾ, ਸਿੱਧਾ ਪਦਵੀ ਦੇ ਉੱਪਰ ਪਹੁੰਚ ਜਾਂਦਾ ਹੈ। ਜੇ ਗੁਰੂ ਦੀ ਸਿੱਖਿਆ ਸੁਣਨ ਨਾਲ ਕੋਈ ਸਿੱਧ ਬਣ ਜਾਂਦਾ ਫਿਰ ਤੇ ਸਿੱਧ ਬੜੇ ਚੰਗੇ ਹੋਏ। ਇਹਦਾ ਮਤਲਬ ਗੁਰੂ ਸਾਹਿਬ ਮਾਨਤਾ ਦੇ ਰਹੇ ਨੇ ਉਹਨਾਂ ਨੂੰ। ਗੁਰੂ ਜੀ ਤੇ ਬਾਣੀ 'ਚ ਇਹ ਗੱਲ ਕਹਿ ਰਹੇ ਨੇ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ। ਗੁਰੂ ਜੀ ਤੇ ਇਹ ਕਹਿ ਰਹੇ ਨੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧ ਸਿੱਧੀਆਂ ਲਾਉਣ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ ਪ੍ਰਭੂ ਦਾ ਨਾਮ ਮਨ 'ਚ ਨਹੀਂ ਟਿਕਦਾ। ਗੁਰੂ ਜੀ ਤੇ ਸੋਚ ਨੂੰ ਕੱਟ ਰਹੇ ਨੇ। ਸਿੱਧ ਦੀ ਪਦਵੀ ਕਿਉਂ ਦੇਣਗੇ ਸਾਨੂੰ? ਗੁਰੂ ਜੀ ਤੇ ਕੱਟ ਰਹੇ ਨੇ ਕਿ ਜਿਹੜਾ ਕੋਈ ਅੱਖਾਂ ਮੀਟ ਕੇ ਸਮਾਧੀਆਂ ਲਾ ਕੇ ਬੈਠਾ ਸਿੱਧ, ਉਹ ਤੇ ਰਿੱਧੀਆਂ ਸਿੱਧੀਆਂ ਦੇ ਮੋਹ 'ਚ ਫਸ ਗਿਆ, ਜਾਂ ਫਿਰ ਉਹ ਕੇਵਲ ਸਮਾਜ ਦਾ ਭਲਾ ਨਹੀਂ ਕਰ ਰਿਹਾ, ਬਲਕਿ ਸਮਾਜ ਨਾਲੋਂ ਟੁੱਟ ਗਿਆ ਹੈ, ਗ੍ਰਸਤ ਨਾਲ ਟੁੱਟ ਕੇ ਜੰਗਲ ਪਹਾੜ ਜਾ ਕੇ ਸਾਧਨਾ ਕਰ ਰਿਹਾ ਹੈ, ਸਿੱਧ ਬਣ ਗਿਆ। ਇਹੋ ਜਿਹੀ ਸਿੱਧ ਨੂੰ ਤੇ ਗੁਰੂ ਨੇ ਮਾਨਤਾ ਦਿੱਤੀ ਨਹੀਂ। ਚੁੱਪ ਕਰਕੇ ਅੱਖਾਂ ਮੀਟ ਕੇ ਸਮਾਧੀ ਲੈ ਲੈਣਾ ਇਹ ਗੁਰਮਤ ਨਹੀਂ ਹੈ। ਔਰ ਕਿਹਾ ਜਾਂਦਾ ਹੈ ਕਿ ਜਿਵੇਂ ਜਿਵੇਂ ਕੋਈ ਮਨੁੱਖ ਸਮਾਧੀ ਲਗਾਉਂਦਾ ਹੈ, ਫਿਰ ਈੜਾ ਪਿੰਗਲਾ ਦੇ ਵਿੱਚੋਂ ਨਿਕਲ ਕੇ ਦਸਮ ਦੁਆਰ ਨੂੰ ਖੋਲ੍ਹਦਾ ਹੈ, ਦਸਮ ਦੁਆਰ ਖੋਲ੍ਹ ਕੇ ਫਿਰ ਮਨ ਪਵਿੱਤਰ ਹੋ ਜਾਂਦਾ ਹੈ, ਤਾਂ ਸਮਾਧੀ ਲਾਣੀ ਪੈਂਦੀ ਹੈ। ਪਰ ਗੁਰੂ ਜੀ ਤੇ ਬਾਣੀ 'ਚ ਇਹ ਕਹਿ ਰਹੇ ਨੇ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਵਾਰੋ ਵਾਰ। ਕਿ ਦਸਮ ਦੁਆਰ ਖੋਲ੍ਹਿਆ ਮਨ ਕਦੀ ਪਵਿੱਤਰ ਨਹੀਂ ਹੁੰਦਾ। ਐਸਾ ਮੂਰਖ ਮਨੁੱਖ ਭਟਕਦਾ ਫਿਰਦਾ ਇਹਨਾਂ ਚੱਕਰਾਂ ਵਿੱਚ, ਕਰਮਕਾਂਡਾਂ 'ਚ ਫਸਿਆ ਹੋਇਆ ਹੈ। ਸਮਾਧੀ ਲਾਣੀ ਕਿਉਂ ਹੈ? ਜੀ ਰੱਬ ਨੂੰ ਦੇਖਣ ਲਈ। ਤੇ ਰੱਬ ਤੇ ਹਰ ਥਾਂ ਤੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਥੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਇਸ ਕਰਕੇ ਗੁਰੂ ਨੇ ਬੰਦ ਅੱਖਾਂ ਦੀ ਨਹੀਂ, ਖੁੱਲੀਆਂ ਅੱਖਾਂ ਦੀ ਸਮਾਧੀ ਸਿੱਖ ਨੂੰ ਸਿਖਾਈ। ਛੱਡ ਦੇ ਇਹਨਾਂ ਸਿੱਧਾਂ ਪੀਰਾਂ ਦੇ ਰਸਤਿਆਂ ਨੂੰ, ਇਹਨਾਂ ਸਿੱਧਾਂ ਪੀਰਾਂ ਨੂੰ ਥਾਂ ਨਹੀਂ। ਉਸ ਤੋਂ ਇਲਾਵਾ ਪੀਰ, ਜੇ ਪੀਰ ਦੀ ਅਵਸਥਾ ਮਿਲਦੀ ਹੈ, ਗੁਰੂ ਜੀ ਤੇ ਬਾਣੀ 'ਚ ਇਹ ਕਹਿ ਰਹੇ ਨੇ, ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ। ਗੁਰੂ ਜੀ ਤੇ ਬਾਣੀ 'ਚ ਇਹ ਕਹਿ ਰਹੇ ਨੇ ਕਿ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ। ਜਾਂ ਪਤ ਲਿਖੈ ਨਾ ਪਵੈ ਤਾਂ ਸਭਾ ਪੂਜ ਖੁਆਰ। ਉਹ ਸਿੱਧ, ਉਹ ਪੀਰ, ਉਹਨਾਂ ਨੂੰ ਖੁਆਰ ਕਹਿ ਰਹੇ ਨੇ ਗੁਰੂ ਜੀ। ਜੇ ਕੋਈ ਕਵੇ ਸੁਰ ਮੈਨੇ ਦੇਵਤੇ, ਤੇ ਗੁਰੂ ਜੀ ਤੇ ਕਹਿ ਰਹੇ ਨੇ ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਇਹਨਾਂ ਦੇ ਸੇਵਾ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣਾ। ਜੇ ਕੋਈ ਕਵੇ ਪੀਰ ਨਾਥ, ਤੇ ਗੁਰੂ ਜੀ ਤੇ ਆਖਦੇ ਨੇ ਨਾਥ ਤੇ ਕੋਈ ਇਸ ਜਗਤ ਵਿੱਚ। ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ। ਰਿੱਧੀਆਂ ਸਿੱਧੀਆਂ ਫੋਕੇ ਸਵਾਦ ਨੇ, ਨਾਥ ਤੇ ਕੇਵਲ ਇੱਕ ਰੱਬ ਹੈ। ਹੁਣ ਇਸ ਤੁਕ ਦਾ ਅਰਥ ਕੀ ਹੋਏਗਾ? ਸੁਣਿਆ ਗੁਰੂ ਦੀ ਸਿੱਖਿਆ ਸੁਣਨ ਨਾਲ ਸਮਝ ਪੈ ਜਾਂਦੀ ਹੈ, ਇਹ ਗਿਆਨ ਆ ਜਾਂਦਾ ਹੈ। ਕਿਹੜਾ? ਸਿੱਧ ਪੀਰ ਸੁਰ ਨਾਥ। ਸਿੱਧ ਪੀਰ ਸੁਰ ਨਾਥ ਦੇਵੀ ਦੇਵਤੇ, ਇਹਨਾਂ ਦੀ ਅਸਲੀਅਤ ਕੀ ਹੈ, ਇਹਨਾਂ ਬਾਰੇ ਗਿਆਨ ਮਿਲ ਜਾਂਦਾ ਹੈ। ਇਹ ਕਿੱਥੇ ਕੁ ਖੜੇ ਨੇ? ਗੁਰਮਤ ਦੀ ਦੁਨੀਆ 'ਚ ਪ੍ਰਮਾਣ ਹਨ ਕਿ ਨਹੀਂ ਹਨ? ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਪਤਾ ਲੱਗ ਜਾਂਦਾ ਹੈ, ਸਿੱਧਾਂ ਪੀਰਾਂ ਸੁਰਾਂ ਨਾਥਾਂ ਨੂੰ ਗੁਰਮਤ ਵਿੱਚ ਕੋਈ ਮਾਨਤਾ ਨਹੀਂ ਹੈ। ਇੱਥੇ ਤੇ ਕੇਵਲ ਇੱਕ ਰੱਬ ਨਾਥ ਹੈ। ਇੱਥੇ ਤੇ ਕੇਵਲ ਖੁੱਲੀਆਂ ਅੱਖਾਂ ਦੀ ਸਮਾਧੀ ਹੈ। ਇੱਥੇ ਰਿੱਧੀਆਂ ਸਿੱਧੀਆਂ ਨੂੰ ਥਾਂ ਕੋਈ ਨਹੀਂ ਹੈ, ਬਲਕਿ ਰਿੱਧੀਆਂ ਸਿੱਧੀਆਂ ਤੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਈ। ਗੁਰਮੁਖ ਤੇ ਉਹਨਾਂ ਪਿੱਛੇ ਦੌੜਦਾ ਹੀ ਨਹੀਂ ਹੈ, ਉਹਨਾਂ ਦੇ ਚੱਕਰਾਂ 'ਚ ਹੀ ਨਹੀਂ ਪੈਂਦਾ, ਤੁੱਛ ਸਮਝਦਾ ਉਹਨਾਂ ਨੂੰ।
ਗੁਰੂ ਦੀ ਸਿੱਖਿਆ ਸੁਣਨ ਨਾਲ ਸਿੱਧਾ ਪੀਰਾਂ ਨਾਥਾਂ ਦੇਵਤਿਆਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ। ਉਹ ਕਿੱਥੇ ਕੁ ਖੜੇ ਨੇ। ਅੱਗੇ ਬਾਣੀ ਚ ਇਹਨਾਂ ਬਾਰੇ ਬੜਾ ਵਿਸਥਾਰ ਆ ਜਾਂਦਾ ਹੈ। ਕੋਈ ਗੁਰੂ ਦੀ ਸਿੱਖਿਆ ਸੁਣੇ ਤੇ ਸਹੀ। ਸੁਣਿਆ ਧਰਤ ਤਵਲ ਆਕਾਸ਼। ਜਦੋਂ ਗੁਰੂ ਦੀ ਕੋਈ ਸੱਚੀ ਸਿੱਖਿਆ ਸੁਣਦਾ ਉਹਨੂੰ ਪਤਾ ਲੱਗ ਜਾਂਦਾ ਹੈ। ਆਮ ਤੌਰ ਤੇ ਮਾਨਤਾ ਸੀ ਧਰਤੀ ਨੂੰ ਧਵਲ ਮੈਨੇ ਬੈਲ ਨੇ ਚੁੱਕਿਆ ਹੋਇਆ ਹੈ। ਬੈਲ ਆਪਣੇ ਸਿੰਘਾਂ ਦੇ ਉੱਪਰ ਧਰਤੀ ਚੁੱਕੀ ਬੈਠਾ ਹੈ। ਜਦੋਂ ਇੱਕ ਸਿੰਘ ਉਹਦਾ ਥੱਕ ਜਾਂਦਾ ਉਸ ਧਰਤੀ ਨੂੰ ਦੂਸਰੇ ਸਿੰਘ ਤੇ ਰੱਖਦਾ ਹੈ ਤੇ ਉਦੋਂ ਭੁਚਾਲ ਆ ਜਾਂਦੇ ਨੇ। ਅੱਜ ਪ੍ਰਾਇਮਰੀ ਕਲਾਸ ਦੇ ਬੱਚੇ ਨੂੰ ਵੀ ਪਤਾ ਹੈ ਭੁਚਾਲ ਕਿਉਂ ਆਉਂਦੇ ਨੇ। ਉਹ ਮਾਨਤਾਵਾਂ ਰੱਦ ਹੋ ਗਈਆਂ। ਜੇ ਮੰਨੋ ਬੈਲ ਨੇ ਧਰਤੀ ਨੂੰ ਚੁੱਕਿਆ ਹੋਇਆ, ਉਹ ਬੈਲ ਕਿੱਥੇ ਖੜਾ ਹੈ? ਉਹ ਆਖਦੇ ਜੀ ਇੱਕ ਹੋਰ ਧਰਤੀ ਉਹਦੇ ਉੱਪਰ ਖੜਾ ਹੈ। ਗੁਰੂ ਜੀ ਆਖਦੇ ਨੇ ਕਿ ਉਹ ਜਿਹੜੀ ਧਰਤੀ ਹੈ ਉਹ ਕਿਹਦੇ ਆਸਰੇ ਖੜੀ ਹੈ? ਕਹਿਣ ਲੱਗੇ ਥੱਲੇ ਇੱਕ ਹੋਰ ਬੈਲ ਹੈ। ਗੁਰੂ ਜੀ ਆਖਦੇ ਨੇ ਧਰਤੀ ਹੋਰ, ਪਰੈ ਹੋਰ, ਤਿਸ ਤੇ ਪਰ ਤਲੈ ਕਵਣ ਜੋਰ। ਜਿਹੜਾ ਅਖੀਰ ਤੇ ਬੈਲ ਹੈ ਉਹ ਕਿਹਦੇ ਸਾਰੇ ਖੜਾ ਹੈ? ਉਹਦਾ ਜਵਾਬ ਨਹੀਂ। ਇਹੀ ਗੱਲ ਭਗਤ ਕਬੀਰ ਜੀ ਨੇ ਕਦੀ ਕਹੀ ਸੀ ਪੰਡਤ ਜੀ ਨੂੰ। ਪੰਡਤ ਜੀ ਇਹ ਦੱਸੋ, ਤੁਸੀਂ ਤੇ ਕਹਿੰਦੇ ਹੋ ਵੀ ਧਰਤੀ ਨੂੰ ਬੈਲ ਨੇ ਆਪਣੇ ਸਿੰਘਾਂ ਤੇ ਚੁੱਕਿਆ, ਇਹ ਦੱਸੋ ਵੀ ਇਹਨਾਂ ਤਾਰਿਆਂ ਨੂੰ ਕਿੰਨੇ ਆਪਣੇ ਸਿੰਘਾਂ ਤੇ ਚੁੱਕਿਆ? ਤਾਰੇ ਵੀ ਤੇ ਅਸਮਾਨ 'ਚ ਲਟਕ ਰਹੇ ਨੇ ਨਾ, ਇਹਨਾਂ ਨੂੰ ਕਿੰਨੇ ਚੁੱਕਿਆ? ਬ੍ਰਾਹਮਣ ਸੀ ਚਲਾਕ, ਉਹ ਕਹਿਣ ਲੱਗਾ ਕਮਲਿਆ ਤੈਨੂੰ ਇਹਨਾਂ ਨਹੀਂ ਪਤਾ, ਇਹ ਜਿਹੜੇ ਤਾਰੇ ਇਹਨਾਂ ਨੂੰ ਸਿੰਘਾਂ ਦੇ ਉੱਪਰ ਬੈਲ ਨੇ ਨਹੀਂ ਚੁੱਕਿਆ, ਇਹ ਅਸਮਾਨ ਦੇ ਨਾਲ ਚਿਪਕੇ ਹੋਏ ਨੇ, ਲੱਗੇ ਹੋਏ ਨੇ ਨਾਲ। ਭਗਤ ਕਬੀਰ ਜੀ ਨੇ ਅਗਲਾ ਸਵਾਲ ਕਰ ਦਿੱਤਾ। ਕਹਿਣ ਲੱਗੇ ਠੀਕ ਹੈ ਮੰਨਿਆ, ਤਾਰੇ ਅਸਮਾਨ ਨਾਲ ਚਿਪਕੇ ਹੋਏ ਨੇ, ਪਰ ਆ ਅਸਮਾਨ ਕਿਹਦੇ ਨਾਲ ਲੱਗਿਆ ਦੱਸ? ਇਹ ਕਿਹਦੇ ਸਾਰੇ ਖੜਾ? ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਕਹੋ ਰੇ ਪੰਡਿਤ ਅੰਬਰ ਕਾਸਿਓਂ ਲਾਗਾ, ਇਹ ਦੱਸ ਵੀ ਅਸਮਾਨ ਕਿਹਦੇ ਨਾਲ ਲੱਗਿਆ ਹੋਇਆ? ਉਹਦੇ ਕੋਲ ਜਵਾਬ ਕੋਈ ਨਹੀਂ ਸੀ। ਗੁਰੂ ਦੀ ਸੱਚੀ ਸਿੱਖਿਆ ਸੁਣਿਆ ਪਤਾ ਲੱਗ ਜਾਂਦਾ ਹੈ ਕਿ ਕਿਸੇ ਧਵਲ ਨੇ ਧਰਤੀ ਨੂੰ ਨਹੀਂ ਚੁੱਕਿਆ ਹੋਇਆ, ਕਿਸੇ ਅਸਮਾਨ ਨੂੰ ਉੱਪਰ ਬੰਨਿਆ ਨਹੀਂ ਹੋਇਆ। ਇਹ ਸਾਰੇ ਮਾਲਕ ਦੀ ਰਜ਼ਾ ਵਿੱਚ ਚੱਲ ਰਹੇ ਨੇ, ਉਸ ਪ੍ਰਭੂ ਦੇ ਆਸਰੇ ਖੜੇ ਨੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿੰਨੇ ਖੰਡ ਮੰਡਲ ਬ੍ਰਹਿਮੰਡ ਸੂਰਜ ਚੰਦਰਮਾ ਤਾਰੇ, ਇਹ ਸਾਰੇ ਨਾਮ ਦਾ ਮਤਲਬ ਨਿਯਮ ਦੇ ਆਸਰੇ, ਸਿਸਟਮ ਦੇ ਆਸਰੇ, ਕਿਸੇ ਨਿਯਮ ਦੇ ਅਧੀਨ ਖੜੇ ਨੇ, ਕਿਸੇ ਨਿਯਮ ਦੇ ਅਧੀਨ ਚੱਕਰ ਕੱਟ ਰਹੇ ਨੇ, ਘੁੰਮ ਰਹੇ ਨੇ। ਦਿਨ ਰੱਬ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਹਰ ਚੀਜ਼ ਚੱਲ ਰਹੀ ਹੈ, ਇੱਕ ਨਿਯਮਾਂ ਦੇ ਵਿੱਚ ਚੱਲ ਰਹੀ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਸਮਝ ਪੈ ਜਾਂਦੀ ਹੈ ਕਿਸੇ ਧਵਲ ਨੇ ਧਰਤੀ ਨੂੰ ਨਹੀਂ, ਇੱਕ ਸੰਤੋਖ ਥਾਪ ਰੱਖਿਆ ਜਨਸੂਤ। ਇੱਕ ਐਸਾ ਧਵਲ ਹੈ, ਧੌਲ ਧਰਮ ਦਇਆ ਕਾ ਪੂਤ, ਧਰਮ ਰੂਪੀ ਧਵਲ ਨੇ ਇਸ ਪੂਰੇ ਧਰਤੀ ਆਸਮਾਨ ਸਾਰੇ ਕਾਇਨਾਤ ਨੂੰ ਆਸਰਾ ਦਿੱਤਾ ਹੋਇਆ ਹੈ। ਸੁਣਿਆ ਦੀਪ ਲੋ ਪਾਤਾਲ, ਕੇਵਲ ਧਰਤੀ ਆਕਾਸ਼ ਹੀ ਨਹੀਂ, ਧਰਮ ਰੂਪੀ ਧੌਲ ਜਿਹੜਾ ਨਾ, ਧਰਮ ਦੇ ਆਸਰੇ ਤੇ ਅਨੇਕਾਂ ਦੀਪ, ਜਜ਼ੀਰੇ, ਲੋ, ਅਨੇਕਾਂ ਲੋਕ, ਪਾਤਾਲ, ਨੀਵੀਆਂ ਜਗ੍ਹਾ, ਜਿਵੇਂ ਸਮੁੰਦਰ ਧਰਤੀ ਤੋਂ ਨੀਵਾਂ, ਇਸ ਕਰਕੇ ਸਮੁੰਦਰ ਨੂੰ ਪਤਾਲ ਨਗਰੀ ਵੀ ਕਿਹਾ ਜਾਂਦਾ ਹੈ। ਉੱਥੇ ਵੀ ਜੀਵ ਵਸਦੇ ਨੇ, ਉੱਥੇ ਵੀ ਡੱਡੂ ਮੱਛੀਆਂ ਆਦਿਕ ਨੇ, ਉੱਥੇ ਵੀ ਕੁਝ ਪੇੜ ਪੌਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਕਈ ਕੋਟ ਪਾਤਾਲ ਕੇ ਵਾਸੀ, ਕਰੋੜਾਂ ਹੀ ਜੀਵ ਸਮੁੰਦਰ 'ਚ ਹੀ ਵਾਸ ਕਰੀ ਜਾਂਦੇ ਨੇ। ਭਾਵ ਕੇਵਲ ਉਹ ਪ੍ਰਭੂ ਦਾ ਧਰਮ ਜਿਹੜਾ ਹੈ, ਉਹਦਾ ਨਿਯਮ, ਕੁਦਰਤ ਦਾ ਲਾਅ ਆਫ ਨੇਚਰ, ਕੁਦਰਤ ਦੀ ਨਿਯਮਾਵਲੀ, ਇਹ ਕੇਵਲ ਆਕਾਸ਼ ਤੇ ਪਤਾਲ ਨੂੰ ਹੀ ਸਹਾਰਾ ਨਹੀਂ ਦੇ ਰਹੀ, ਬਲਕਿ ਅਨੇਕਾਂ ਦੀਪਾਂ, ਲੋਆਂ, ਮੰਡਲਾਂ, ਪਤਾਲਾਂ, ਉਹਨਾਂ ਨੂੰ ਵੀ ਆਸਰਾ ਦੇ ਰਹੀ ਹੈ। ਜਿਹਨੇ ਬਣਾਇਆ ਹੈ ਉਹ ਸੰਭਾਲ ਵੀ ਕਰ ਰਿਹਾ ਹੈ। ਸਿੰਚਨ ਹਾਰੈ ਏਕੈ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਤੇ ਜਿਨੇ ਸੰਸਾਰ ਰੂਪੀ ਬਾਗ ਨੂੰ ਸਿਰਜਿਆ, ਉਹ ਇੱਕ ਇੱਕ ਪੱਤੇ ਦੀ ਸੰਭਾਲ ਕਰ ਰਿਹਾ ਹੈ। ਸੁਣਿਆ ਪੋਹ ਨਾ ਸਕੈ ਕਾਲ, ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਪੋਹ ਮੈਨੇ ਕਿਸੇ ਚੀਜ਼ ਦਾ ਲੱਗ ਜਾਣਾ, ਪੋਹ ਨਾ ਸਕੈ ਕਾਲ, ਕਾਲ ਪਹੁੰਦਾ ਨਹੀਂ, ਛੂੰਦਾ ਨਹੀਂ ਹੈ। ਕਾਲ ਮੈਨੇ ਮੌਤ। ਮੌਤ ਤਿੰਨ ਤਰੀਕਿਆਂ ਦੀ ਮੰਨੀ ਗਈ। ਇੱਕ ਤੇ ਸਰੀਰਕ ਮੌਤ ਹੈ, ਸਾਹ ਬੰਦ ਹੋ ਗਏ, ਦਿਲ ਦੀ ਧੜਕਣ ਬੰਦ ਹੋ ਗਈ, ਦਿਮਾਗ ਦੇ ਸੈੱਲ ਡੈਡ ਹੋ ਗਏ ਸੀ, ਕਹਿ ਦਿੱਤਾ ਮਰ ਗਏ, ਜੋ ਉਪਜੋ ਸੋ ਬਿਨਿਸ਼ ਹੈ, ਪਰ ਉਹ ਆਜ ਕੇ ਕਾਲ। ਇੱਕ ਮੌਤ ਐਸੀ ਹੈ ਜਦੋਂ ਕਿ ਸ਼ਬਦ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ, ਗੁਰੂ ਆਤਮਿਕ ਜੀਵਨ ਦੇ ਦਿੰਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇੱਥੇ ਇੱਕ ਹੋਰ ਮੌਤ ਦੀ ਗੱਲ ਹੈ ਜਿਹੜੀ ਸਪੌਂਦੀ ਨਹੀਂ ਹੈ। ਉਹ ਕਿਹੜੀ ਹੈ? ਉਹ ਮੌਤ ਐਸੀ ਹੈ ਵੀ ਅੱਖਾਂ ਦੇਖਦੀਆਂ ਨੇ, ਕੰਨ ਸੁਣਦੇ ਨੇ, ਹੱਥ ਪੈਰ ਚੱਲਦੇ ਨੇ, ਦਿਲ ਧੜਕਦਾ ਹੈ, ਸਾਹ ਚੱਲ ਰਹੇ ਨੇ, ਦਿਮਾਗ ਦੇ ਸੈੱਲ ਬਿਲਕੁਲ ਤੰਦਰੁਸਤ ਨੇ, ਵਧੀਆ ਸੋਚ ਹੈ, ਬੜਾ ਸਿਆਣਾ ਹੈ, ਬੜਾ ਸੁੰਦਰ ਹੈ, ਪਰ ਗੁਰੂ ਜੀ ਆਖਦੇ ਨੇ ਮਰਿਆ ਹੋਇਆ ਹੈ। ਮਰਿਆ ਕਿਉਂ ਹੈ?
ਮਾਲਕ ਦੀਆਂ ਦਾਤਾਂ ਲੈ ਕੇ ਸ਼ੁਕਰ ਨਹੀਂ ਕਰ ਰਿਹਾ ਤੇ ਮਰੇ ਹੀ ਹੈ ਨਾ। ਮੁਰਦੇ ਨੂੰ ਹਾਰ ਸ਼ਿੰਗਾਰ ਕਰਕੇ ਵੱਡੇ ਸਾਰੇ ਤਖਤ ਤੇ ਬਿਠਾ ਦਿਓ, ਪਲੰਘ ਤੇ ਬਿਠਾ ਦਿਓ, ਉਹ ਧੰਨਵਾਦ ਥੋੜੇ ਕਰੇਗਾ। ਇਹ ਵੀ ਮਾਲਕ ਦੀਆਂ ਸੋਹਣੀਆਂ ਦਾਤਾਂ ਭੋਗ ਕੇ ਬਦਲੇ 'ਚ ਸ਼ੁਕਰ ਨਹੀਂ ਕਰ ਰਿਹਾ। ਇਹਦੇ ਤੇ ਮੁਰਦੇ 'ਚ ਫਰਕ ਕੀ? ਮਰੇ ਹੀ ਹੈ ਨਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਈਆਂ ਨਾਨਕਾ ਪ੍ਰੀਤ ਨਹੀਂ ਭਗਵੰਤ। ਇਹ ਮੁਰਦਾ ਹੀ ਹੈ ਨਾ। ਮੁਰਦੇ ਨੂੰ ਵੀ ਜੋ ਮਰਜ਼ੀ ਦੇ ਦਿਓ, ਉਹ ਸ਼ੁਕਰ ਨਹੀਂ ਕਰਦਾ। ਇਹਨੂੰ ਵੀ ਜੋ ਮਰਜ਼ੀ ਦੇ ਦਿਓ, ਧੰਨਵਾਦ ਨਹੀਂ ਕਰ ਰਿਹਾ। ਇਹਦੇ ਤੇ ਮੁਰਦੇ 'ਚ ਫਰਕ ਕੀ ਹੈ? ਜਿਉਂਦੀਆਂ ਲਾਸ਼ਾਂ ਧਰਤੀ ਤੇ ਤੁਰੀਆਂ ਫਿਰਦੀਆਂ ਨੇ। ਜਿਹੜਾ ਝੂਠ ਬੋਲ ਰਿਹਾ, ਜ਼ਮੀਰ ਮਰ ਗਈ ਨਾ ਉਹਦੀ। ਜਿਹੜਾ ਕਿਸੇ ਗਰੀਬ ਦਾ ਹੱਕ ਮਾਰ ਕੇ ਘਰ ਲੈ ਗਿਆ, ਉਹਦੀ ਇਨਸਾਨੀਅਤ ਮਰ ਗਈ, ਉਹ ਮਰਿਆ, ਜਿਉਂਦੀ ਲਾਸ਼ ਹੈ। ਜਿਹੜਾ ਸੱਚ ਨੂੰ ਸੱਚ ਨਹੀਂ ਕਹਿ ਸਕਦਾ, ਉਹ ਮਰਿਆ ਹੀ ਹੈ ਨਾ, ਹੁਣ ਜਿਉਂਦਾ ਇਨਸਾਨ ਥੋੜ੍ਹੇ ਹੈ। ਜਿਹੜਾ ਜ਼ੁਲਮ ਦੇ ਖਿਲਾਫ ਡਟ ਕੇ ਆਵਾਜ਼ ਨਹੀਂ ਉਠਾ ਸਕਦਾ, ਆਤਮਿਕ ਮੌਤ 'ਤੇ ਮਰਿਆ ਪਿਆ। ਜਿਉਂਦੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਔਰ ਲੋਕ ਮਰੇ ਹੋਏ ਨੇ, ਦੁਖੀ ਹੋ ਰਹੇ ਨੇ। ਔਰ ਜਿਹੜੇ ਸੱਚ ਨਾਲ ਜੁੜ ਜਾਂਦੇ ਨੇ, ਉਹ ਹਜ਼ਾਰ ਕਸ਼ਟ ਭੋਗ ਕੇ ਵੀ ਜਿਉਂਦੇ ਨੇ, ਕਿਉਂਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਜਿਹਦੇ ਮਨ 'ਚ ਵਸਦਾ ਨਾ, ਉਹ ਜਿਉਂਦਾ ਹੈ, ਉਹ ਖੁਸ਼ ਹੈ, ਉਹ ਆਨੰਦਿਤ ਹੈ। ਤੇ ਜਿਹਦੇ ਮਨ 'ਚ ਨਹੀਂ ਵਸਦਾ, ਜਿਸ ਮਨ 'ਚ ਸ਼ੁਭ ਗੁਣ ਨਹੀਂ ਵਸਦੇ ਹਨ, ਉਹ ਤੇ ਮਰਿਆ ਪਿਆ। ਲੋਕ ਏਸੀ ਰੂਮਾਂ 'ਚ ਤੜਫ ਰਹੇ ਨੇ, ਗੱਦਿਆਂ ਦੇ ਉੱਪਰ ਬੈਠੇ ਤੜਫ ਰਹੇ ਨੇ, ਪਰ ਗੁਰਜਨ ਦੇ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਵੀ ਬੜੇ ਖੁਸ਼ ਨੇ। ਲੋਕ ਦੁਨੀਆ ਭਰ ਦੇ ਸੁੱਖ ਮਾਣਦਿਆਂ ਦੁਖੀ ਨੇ, ਪਰ ਸ਼ਹੀਦ ਸਿੰਘਣੀਆਂ ਮੀਰ ਮੰਨੂ ਦੀ ਕੈਦ ਵਿੱਚ ਝੋਲੀ ਵਿੱਚ ਬੱਚਿਆਂ ਦੇ ਟੁਕੜੇ ਪਵਾ ਕੇ ਵੀ ਖੁਸ਼ ਨੇ, ਉਹ ਵੀ ਆਨੰਦਿਤ ਨੇ। ਭਾਈ ਮਤੀ ਦਾਸ ਆਰਿਆਂ ਨਾਲ ਚਿਰਾ ਕੇ ਵੀ ਖੁਸ਼ ਨੇ, ਭਾਈ ਮਨੀ ਸਿੰਘ ਜੀ ਬੰਦ ਕਟਾ ਕੇ ਵੀ ਖੁਸ਼ ਨੇ। ਮੌਤ ਮਾਰ ਨਹੀਂ ਸਕਦੀ, ਉਹ ਜਿਉਂਦੇ ਨੇ। ਉਹ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਜਿਉਂਦੇ ਨੇ ਉਹ। ਨਾਨਕ ਨਾਮ ਮਿਲੇ ਤਾਂ ਜੀਵਾਂ, ਉਹ ਆਤਮਿਕ ਤੌਰ ਤੇ ਜਿਉਂ ਰਹੇ ਹਨ। ਸੁਣਿਆ ਪੋਹ ਨਾ ਸਕੈ ਕਾਲ, ਹੁਣ ਮੌਤ ਡਰਾ ਨਹੀਂ ਸਕਦੀ, ਮੌਤ ਛੁੰਦੀ ਨਹੀਂ ਹੈ। ਮੌਤ ਤੋਂ ਉੱਚੇ ਉੱਠ ਕੇ ਅਕਾਲ ਦਾ ਰੂਪ ਹੋ ਗਏ। ਕੋਈ ਅਕਾਲ ਨਾਲ ਜੁੜੇਗਾ, ਅਕਾਲ ਕਿਉਂ ਨਹੀਂ ਹੋਏਗਾ? ਨਾਨਕ ਭਗਤਾਂ ਸਦਾ ਵਿਗਾਸ। ਇੱਥੇ ਨਾਨਕ ਤੇ ਰੁਕਣਾ ਹੈ। ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੀ ਜ਼ਿੰਦਗੀ 'ਚ ਸਦਾ ਹੀ ਵਿਕਾਸ ਹੈ, ਖੇੜਾ ਹੈ। ਭਗਤ ਤੇ ਆਨੰਦਿਤ ਨੇ। ਅਸੀਂ ਭਗਤ ਕਿਹਨੂੰ ਮੰਨਦੇ ਹਾਂ? ਜਿਹਨੇ ਭਗਵੇ ਜੇ ਕੱਪੜੇ ਪਾਏ ਹੋਣ, ਸਰੀਰ ਤੇ ਸਵਾਹ ਮਿੱਟੀ ਮਲੀ ਹੋਵੇ, ਮੈਲਾ ਕੁਚੈਲਾ ਗੰਦਾ ਬਣਿਆ ਹੋਵੇ, ਤਿਲਕ ਲਾਇਆ ਹੋਵੇ, ਹੱਥ 'ਚ ਮਾਲਾ, ਗਲ 'ਚ ਮਾਲਾ ਪਾਈ ਹੋਵੇ, ਅਸੀਂ ਕਹਿੰਦੇ ਹਾਂ ਭਗਤ। ਭਗਤ ਦਾ ਮਤਲਬ ਇਹ ਨਹੀਂ ਹੈ। ਕੋਈ ਪੈਂਟ ਸ਼ਰਟ ਵਾਲਾ ਭਗਤ ਹੋ ਸਕਦਾ ਹੈ, ਟਾਈ ਲਗਾਇਆ ਹੋਇਆ ਭਗਤ ਹੋ ਸਕਦਾ ਹੈ, ਕੋਈ ਧੋਤੀ ਕੁੜਤੇ ਵਾਲਾ ਭਗਤ ਹੋ ਸਕਦਾ ਹੈ, ਕੋਈ ਕੁੜਤੇ ਪਜਾਮੇ ਵਾਲਾ ਭਗਤ ਹੋ ਸਕਦਾ ਹੈ, ਕੋਈ ਸਲਵਾਰ ਕਮੀਜ਼ ਵਾਲਾ ਭਗਤ ਹੋ ਸਕਦਾ ਹੈ। ਉਹਦੇ ਲਈ ਪਹਿਨਾਵੇ ਦੀ ਲੋੜ ਥੋੜ੍ਹੀ ਹੈ। ਭਗਤ ਦਾ ਸੰਬੰਧ ਭਗਤੀ ਦੇ ਨਾਲ ਹੈ। ਜਿਹਦੇ ਕੋਲ ਭਗਤੀ ਉਹ ਭਗਤ ਹੈ। ਤੇ ਭਗਤੀ ਕੀ ਹੈ? ਗੁਣਾਂ ਨੂੰ ਧਾਰਨ ਕਰਨਾ, ਇਹਦਾ ਨਾਮ ਹੈ ਭਗਤੀ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਧਾਰਨ ਨਹੀਂ ਕੀਤੇ ਫਿਰ ਭਗਤੀ ਨਹੀਂ ਹੈ। ਭਗਤੀ ਦਾ ਮਤਲਬ ਹੀ ਜਿਹਦੇ ਅੰਦਰ ਸੱਚ ਹੈ ਉਹ ਭਗਤ ਹੈ। ਤੇ ਸੱਚ ਤੇ ਪੈਂਟ ਸ਼ਰਟ ਪਾ ਕੇ ਵੀ ਬੋਲਿਆ ਜਾ ਸਕਦਾ ਹੈ। ਜ਼ਰੂਰੀ ਥੋੜ੍ਹੇ ਮੇਰੇ ਵਰਗਾ ਚਿੱਟਾ ਕੁੜਤਾ ਪਜਾਮਾ ਪਾਏਗਾ ਤੇ ਸੱਚ ਬੋਲੇਗਾ। ਸੱਚ ਤੇ ਧੋਤੀ ਕੁੜਤਾ ਲਾ ਕੇ ਵੀ ਬੋਲਿਆ ਜਾ ਸਕਦਾ ਹੈ। ਸੱਚ ਤੇ ਸਲਵਾਰ ਕਮੀਜ਼ ਪਾ ਕੇ ਵੀ ਬੋਲਿਆ ਜਾ ਸਕਦਾ ਹੈ। ਉਹਦੇ ਲਈ ਵਿਸ਼ੇਸ਼ ਪਹਿਨਾਵੇ ਦੀ ਲੋੜ ਥੋੜ੍ਹੀ ਹੈ। ਪ੍ਰੇਮ ਆਇਆ ਰੱਬ ਦਾ ਗੁਣ। ਪ੍ਰੇਮ ਤੇ ਕਿਸੇ ਵੀ ਕੱਪੜੇ ਨੂੰ ਪਾ ਕੇ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਚਿੰਨ੍ਹਾਂ ਦੀ ਲੋੜ ਥੋੜ੍ਹੀ ਪੈਂਦੀ ਪ੍ਰੇਮ ਕਰਨ ਲਈ। ਕਿਸੇ ਗਰੀਬ ਦੇ ਉੱਪਰ ਤਰਸ ਖਾਣ ਲਈ, ਦਇਆ ਕਰਨ ਦੇ ਲਈ ਵਿਸ਼ੇਸ਼ ਪਹਿਨਾਵੇ ਦੀ ਲੋੜ ਥੋੜ੍ਹੀ ਹੈ। ਭਗਤ ਪਹਿਨਾਵੇ ਦਾ ਨਾਮ ਨਹੀਂ ਹੈ, ਭਗਤ ਗੁਣਾਂ ਦਾ ਨਾਮ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਗੁਣ ਜੀਵਨ 'ਚ ਪੈਦਾ ਨਹੀਂ ਕੀਤੇ ਫਿਰ ਭਗਤੀ ਨਹੀਂ। ਭਗਤੀ ਉਦੋਂ ਜਦੋਂ ਗੁਣ ਆ ਜਾਂਦੇ ਨੇ। ਫਿਰ ਗੁਣ ਕਹੇ ਗੁਣੀ ਸਮਾਵਣਿਆ, ਰੱਬੀ ਗੁਣਾਂ ਨੂੰ ਕਹਿ ਕੇ ਗੁਣਾਂ ਦਾ ਰੂਪ ਹੋ ਜਾਂਦੇ ਆ। ਉਹ ਗੁਣਾਂ ਦਾ ਰੂਪ ਮੈਨੇ ਰੱਬ ਦਾ ਰੂਪ। ਰੱਬ ਕੀ ਹੈ? ਨਿਰਭਉ, ਉਹ ਨਿਰਭਉ ਹੋ ਜਾਂਦਾ ਹੈ। ਰੱਬ ਹੈ ਨਿਰਵੈਰ, ਉਹ ਨਿਰਵੈਰ ਹੋ ਜਾਂਦਾ ਹੈ। ਰੱਬ ਹੈ ਕਰਤਾ ਪੁਰਖ, ਉਹ ਕਰਤਾ ਪੁਰਖ ਹੋ ਜਾਂਦਾ ਹੈ। ਰੱਬ ਹੈ ਅਜੂਨੀ ਸਹਿਬੰਗ, ਉਹ ਬਣ ਜਾਂਦਾ ਹੈ। ਮੂਲ ਮੰਤਰ ਦੇ 8 ਗੁਣ ਉਹਦੀ ਜ਼ਿੰਦਗੀ 'ਚ ਆ ਜਾਂਦੇ ਨੇ ਤੇ ਉਹਦੀ ਜ਼ਿੰਦਗੀ 'ਚ ਵਿਕਾਸ, ਖੇੜਾ ਆ ਜਾਂਦਾ ਹੈ। ਨਾਨਕ ਭਗਤਾਂ ਸਦਾ ਵਿਕਾਸ। ਸੁਣਿਆ ਦੁੱਖ ਪਾਪ ਕਾ ਨਾਸ਼। ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਹੁਣ ਦੇਖ ਲਓ, ਅਸੀਂ ਕਹਿ ਤਾਂ ਦਿੰਦੇ ਹਾਂ 20 ਸਾਲ ਹੋ ਗਏ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਦੇ ਹਾਂ, 40 ਸਾਲ ਹੋ ਗਏ ਜਪਜੀ ਸਾਹਿਬ ਦਾ ਪਾਠ ਸੁਣਦੇ ਹਾਂ। ਜ਼ਿੰਦਗੀ 'ਚ ਦੁੱਖ ਮੁੱਕ ਗਏ, ਪਾਪ ਖਤਮ ਹੋ ਗਏ। ਹੁਣ ਕੋਈ ਕ੍ਰੋਧ ਨਹੀਂ ਬਚਿਆ, ਹੁਣ ਕੋਈ ਨਿੰਦਾ ਚੁਗਲੀ ਨਹੀਂ ਬਚੀ। ਹੁਣ ਜ਼ਿੰਦਗੀ 'ਚ ਕਦੀ ਕੋਈ ਬੇਈਮਾਨੀ ਨਹੀਂ ਕੀਤੀ, ਕਦੀ ਝੂਠ ਨਹੀਂ ਬੋਲਿਆ। ਜੇ ਅਜੇ ਵੀ ਪਾਪ ਹੈ, ਇਹਦਾ ਮਤਲਬ ਸੁਣਿਆ ਨਹੀਂ। ਅਜੇ ਵੀ ਜੇ ਮੈਂ ਦੁਖੀ ਹੋ ਜਾਣਾ ਕਿਸੇ ਗੱਲ ਤੇ, ਮੈਂ ਸੁਣਿਆ ਨਹੀਂ। ਕਿਉਂਕਿ ਸੁਣਨ ਦੀ ਪਰਿਭਾਸ਼ਾ ਤੇ ਇਹੀ ਹੈ, ਦੁੱਖ ਤੇ ਪਾਪ ਤੇ ਰਹਿੰਦੇ ਹੀ ਨਹੀਂ ਹਨ।
दुख पाप नाश हो जाते हैं। सुनिया दुख पाप का नाश, जिद्दण दुख पाप नाश हो गए समझ लेना सुन लिया गुरु की सच्ची सिੱਖਿਆ ਨੂੰ। ਤੇ ਕਿਵੇਂ सुनना है इस संबंधी अगों विचारां करते रहांगे। होइयां भुल्लां खिमा। फतेह बुलाओ जी। वाहिगुरू जी का खालसा वाहिगुरू जी की फतेह।